अस्सलाम वालेकुम। मैं ਤੁਹਾਡਾ ਲੱਕੀ ਭਾਈ ਆਪਣੀ ਹੀ ਜਾਤੀ ਚੈਨਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਅੱਜ ਸਸਤੀ ਤਰੀਨ ਤੇ ਪਿਆਰੀ ਹੈਚਰੀ ਬਣਾਉਣ ਦਾ ਸਸਤਾ ਜਿਹਾ ਤਰੀਕਾ ਤੁਹਾਨੂੰ ਦੱਸ ਰਿਹਾ ਵਾਂ। ਵੀਡੀਓ ਤੁਸੀਂ ਮੁਕੰਮਲ ਦੇਖਿਓ। ਤੁਹਾਨੂੰ ਮੁਕੰਮਲ ਬਣਾਉਣ ਦਾ A ਤੋਂ ਲੈ ਕੇ Z ਤੱਕ ਜਿੰਨੀ ਬਣਨ ਦਾ ਲੱਗਣਾ ਨਾ, ਜਿਹੜਾ ਸਮਾਨ ਲੱਗਣਾ ਉਹ ਸਾਰਾ ਕੁਝ ਤੁਹਾਨੂੰ ਦੱਸਿਆ ਜਾਊਗਾ। ਇਹਦਾ ਹੈਚਰੀ ਦਾ ਸਮਾਨ ਤਕਰੀਬਨ 950 ਰੁਪਏ ਦਾ ਟੋਟਲ ਹੁੰਦਾ ਵਾ। ਆ ਜਿਹੜਾ ਹੈਗਾ ਵਾ ਕੰਟਰੋਲਰ ਜਾਂ ਇਹ ਹੁੰਦਾ ਵਾ 400 ਰੁਪਏ ਦਾ। 100 ਸਵਾ 100 ਦੇ ਪੱਖੇ ਆਉਂਦੇ ਆ ਅਤੇ ਹੋਲਡਰ ਤੇ ਉਹ ਜਿਹੜਾ ਨਾ 100-150 ਦਾ ਉਹ ਸਿਸਟਮ ਹੁੰਦਾ ਵਾ। ਹੋਲਡਰ ਇੱਕ ਹੋ ਗਿਆ ਅਤੇ ਇੱਕ ਹੋ ਗਿਆ, ਅਤੇ ਆਹ 250 ਦਾ ਜਿਹੜਾ ਡਾਪਟਰ ਜਿਹੜਾ ਮਤਲਬ ਕਿ ਜਿਹੜਾ ਦੂਸਰਾ ਡਾਪਟਰ, ਇਹ 250 ਰੁਪਏ ਦਾ 250 ਰੁਪਏ ਦਾ ਆਉਂਦਾ ਵਾ। ਤਕਰੀਬਨ ਟੋਟਲ ਖਰਚਾ ਜਿਹੜਾ ਨਾ 900 ਦਾ ਸਮਾਨ ਹੁੰਦਾ ਵਾ। ਉਸ ਤੋਂ ਬਾਅਦ ਜਿਹੜੇ ਤੁਸੀਂ ਪੱਖੇ ਲਾਉਣੇ ਨਾ, ਪੱਖਿਆਂ ਦੇ ਉੱਤੇ ਆ ਜਾਲੀ ਜ਼ਰੂਰ ਲਾ ਲੈਣੀ ਆ, ਕਿਉਂਕਿ ਚੂਜ਼ਾ ਨਿਕਲ ਕੇ ਕਈ ਦਫਾ ਚੁੰਝ ਮਾਰਦਾ ਅਤੇ ਉਹਦੀ ਚੁੰਝ ਜ਼ਖਮੀ ਹੋ ਜਾਂਦੀ ਹੈ ਜਾਂ ਚੂਜ਼ੇ ਦਾ ਮਸਲਾ ਬਣਦਾ। ਬੇਸ਼ੱਕ ਪੱਖੇ ਉੱਪਰ ਲਾਉਣੇ ਜਾਂ ਛੋਟੇ ਲਾਉਣੇ ਆ, ਕਿਉਂਕਿ ਚੂਜ਼ਾ ਜਦੋਂ ਨਿਕਲਦਾ ਨਾ, ਚੂਜ਼ੇ ਨੇ 12-14 ਘੰਟੇ ਵਿੱਚ ਹੀ ਰਹਿਣਾ ਹੁੰਦਾ ਵਾ ਹੈਚਰੀ ਦੇ ਵਿੱਚ ਹੀ। ਉਸ ਤੋਂ ਬਾਅਦ ਇਹਦਾ ਜਿਹੜਾ ਨਾ ਪੱਖਾ ਜਿਹੜਾ ਨਾ ਦੀਵਾਰ ਨਾਲੋਂ ਇਹ ਥੋੜ੍ਹਾ ਜਿਹਾ ਫਾਸਲੇ 'ਤੇ ਰੱਖਣਾ, ਪਿਛਲੀ ਸਾਈਡ ਦੇ ਉੱਤੇ ਨਾ ਥੋੜ੍ਹਾ ਜਿਹਾ ਫਾਸਲਾ, ਬਿਲਕੁਲ ਨਾਲ ਦੀਵਾਰ 'ਤੇ ਨਹੀਂ ਲਾਉਣਾ ਹੈਗਾ। ਅਤੇ ਇਹਨੂੰ ਕਰਕੇ ਉਸ ਤੋਂ ਬਾਅਦ ਇਹਨਾਂ ਦਾ ਉਹ ਜਿਹੜਾ ਹੈਗਾ ਵਾ ਜਿਹਨੂੰ ਕਹਿੰਦੇ ਆ ਕਿ ਕੰਟਰੋਲਰ ਦਾ ਸਿਸਟਮ, ਉਹ ਲਾਉਣਾ ਵਾ। ਅਤੇ ਪੱਖੇ ਐਡਜਸਟ ਇਸ ਤਰ੍ਹਾਂ ਕਰਨਾ ਹੈ ਕਿ ਇੱਕ ਦੀ ਹਵਾ ਅੰਦਰ ਨੂੰ ਆਵੇ, ਹਵਾ ਬਾਹਰ ਨੂੰ, ਮਤਲਬ ਕਿ ਦੀਵਾਰ ਵੱਲ ਨੂੰ ਹਵਾ ਨਾ ਹੋਵੇ, ਹਵਾ ਅੰਦਰ ਨੂੰ ਆਵੇ। ਜਿਹੜਾ ਹੈਗਾ ਅਡਾਪਟਰ, ਉਹਦੀ ਤਾਰ ਜਿਹੜੀ ਉਸ ਹਿਸਾਬ ਨਾਲ ਕਨੈਕਸ਼ਨ ਕਰਕੇ ਪੱਖੇ ਵਾਲੇ ਲਾ ਕੇ ਚੰਗੀ ਤਰ੍ਹਾਂ ਫਿੱਟ ਕਰਕੇ, ਠੀਕ ਹੈ ਨਾ। ਅਤੇ ਜਿਹੜਾ ਹੈਗਾ ਵਾ ਇਹਦਾ ਅਡਾਪਟਰ ਦਾ ਮੁੜ ਕੇ ਕਨੈਕਸ਼ਨ ਉਹਦਾ ਬਾਅਦ 'ਚ ਕਰਨਾ ਵਾ। ਅਤੇ ਪੱਖਿਆਂ ਦੇ ਇੱਧਰੋਂ ਕਰਾਸ ਉੱਧਰ ਨੂੰ ਹੋਣਾ ਚਾਹੀਦਾ, ਦੂਸਰੇ ਬੰਨੇ ਹੋਣਾ ਚਾਹੀਦਾ, ਜਾਣੀ ਕਿ ਦੋਨਾਂ ਦੀ ਹਵਾ ਦੀਵਾਰ ਵੱਲੋਂ ਅੰਦਰ ਨੂੰ ਆਉਣੀ ਚਾਹੀਦੀ ਆ। ਆਂਡਿਆਂ ਵੱਲ ਨੂੰ, ਜਿੱਥੇ ਆਂਡੇ ਤੁਸੀਂ ਰੱਖਣੇ ਆ, ਦੀਵਾਰ ਵੱਲ ਨੂੰ ਹਵਾ ਹੋਈ ਅਤੇ ਉਹਦਾ ਫਾਇਦਾ ਕੋਈ ਨਹੀਂ ਹੋਣਾ। ਫਿਰ ਤਾਂ ਉਹ ਹੈਚਰੀ ਬਣਾਉਣ ਦਾ ਮਤਲਬ ਕਿ ਦੀਵਾਰ ਨੂੰ ਹਵਾ ਆਈ ਨਾ ਇਸ ਜਗ੍ਹਾ ਨੂੰ, ਅਤੇ ਫਿਰ ਉਹ ਸਹੀ ਨਹੀਂ ਹੋਣੀ। ਅਤੇ ਪੱਖੇ ਸੈੱਟ ਕਰ ਲਏ ਹੁਣ ਅਸੀਂ। ਹੁਣ ਇਸ ਤੋਂ ਅੱਗੇ ਹਾਂਜੀ, ਇਸ ਤੋਂ ਬਾਅਦ ਫਿਰ ਹੋਲਡਰ ਦੀਆਂ ਤਾਰਾਂ ਅੰਦਰ ਲਾ ਕੇ ਬਲਬ ਦੇ ਜਿਹੜੇ ਹੋਲਡਰ ਅੰਦਰ ਨੂੰ ਲਾਉਣਾ, ਠੀਕ ਹੈ ਨਾ। ਅਤੇ ਖੜਪੇਚੇ ਯੂਜ਼ ਕਰਨੇ, ਕਿਉਂਕਿ ਮੈਂ ਜਿਹੜੇ ਹੈਚਰੀ ਬਣਾ ਰਿਹਾ ਇਹ ਥਰਮਾਪੋਲ ਦੀ ਆ। ਥਰਮਾਪੋਲ ਸਮਝਦੇ ਨਾ, ਜਿਹੜਾ ਜਿਹਨੂੰ ਅਸੀਂ ਸੁੰਦਰੀ ਝੱਗ ਵੀ ਆਮ ਪੰਜਾਬੀ ਜ਼ਬਾਨ 'ਚ ਕਹਿੰਦੇ ਆ, ਉਹਦੀ ਬਣੀ ਹੋਈ ਆ। ਇਹੀ ਸਭ ਤੋਂ ਸਸਤੀ ਮਿਲਦੀ ਆ। ਹੋਰ ਲੱਕੜੀ ਦੀ ਬਣਾਉਣ ਲੱਗ ਪਓ ਤਾਂ ਉਹ ਤਾਂ ਫਿਰ ਮਹਿੰਗੀ ਹੁੰਦੀ ਆ। ਨਟ ਜਿਹੜੇ ਲਾਉਣੇ ਆ ਇਹਦੇ ਵਿੱਚ ਲਾ ਦੇਣੇ ਆ, ਅਤੇ ਇਹਦੇ ਵਿੱਚੋਂ ਜਿਹੜੀਆਂ ਤਾਰਾਂ ਜਿਹੜੀਆਂ ਪਿਛਲੀ ਸਾਈਡ ਨੂੰ ਬਾਹਰ ਨੂੰ ਕੱਢ ਲੈਣੀਆਂ। ਇਹ ਮੁਕੰਮਲ ਕਰਨ ਤੋਂ ਬਾਅਦ ਨਾ ਜਿਹੜਾ ਸਿਸਟਮ ਆਉਣਾ, ਮੁੜ ਕੇ ਇਹਦੀ ਜਿਹੜੀ ਹੋਣੀ ਹੈ ਤਾਰਾਂ, ਇਹਦੀਆਂ ਤਾਰਾਂ ਲਾਉਣੀਆਂ ਵਾ ਕੰਟਰੋਲਰ ਦੇ ਵਿੱਚ। ਇੱਕ ਤਾਰ ਇਹਦੀ ਕੰਟਰੋਲਰ ਦੇ ਵਿੱਚ ਲੱਗਣੀ ਆ, ਇੱਕ ਇਹਦੀ ਡਾਇਰੈਕਟ ਲੱਗਣੀ ਆ, ਠੀਕ ਹੈ ਨਾ। ਜਿਹੜੇ ਹੁਣ ਕੱਸਣ ਤੋਂ ਬਾਅਦ ਇਹਦੇ ਉੱਪਰ ਦੂਸਰਾ ਹੋਲਡਰ ਵੀ ਕੱਸ ਦੇਣਾ, ਤਾਂ ਕਿ ਇਹ ਮੁਕੰਮਲ ਸਿਸਟਮ ਆਪਣਾ ਮੁਕੰਮਲ ਹੋ ਜਾਏ। ਆਹ ਮੁਕੰਮਲ ਸਾਡਾ ਇੱਧਰੋਂ ਹੋ ਗਿਆ। ਇੱਧਰੋਂ ਹੁਣ ਸਾਡਾ ਮੁਕੰਮਲ ਹੋਣ ਤੋਂ ਬਾਅਦ ਹੁਣ ਇਹਦੇ ਜਿਹੜੇ ਨਾ ਸਿਸਟਮ ਜਿਹੜੇ ਤਾਰਾਂ ਦਾ, ਇਹ ਬਾਹਰ ਨੂੰ ਕੱਢਣਾ ਵਾ, ਠੀਕ ਹੈ ਨਾ। ਉਹ ਬਾਹਰ ਨੂੰ ਕੱਢ ਕੇ ਉੱਥੇ ਸੁਰਾਖ ਕਰਨਾ ਵਾ। ਸੁਰਾਖ ਜਿਹੜਾ ਨਾ ਆਮ ਜਿਹੜਾ ਟੈਸਟਰ ਨਾਲ ਹੀ ਕਰਨਾ ਵਾ, ਤਾਂ ਕਿ ਵਿੱਚ ਵੱਡਾ ਹੋਲ ਨਾ ਬਣੇ, ਵੱਡਾ ਸੁਰਾਖ ਨਾ ਹੋ ਜਾਏ। ਮੋਰੀ ਜਿਹੜੀ ਨਾ ਛੋਟੀ ਜਿਹੀ ਰਹੇ, ਤਾਂ ਕਿ ਉਸ ਹਿਸਾਬ ਨਾਲ ਹੀ ਮੋਰੀ ਬਣੇ, ਜਿਸ ਹਿਸਾਬ ਨਾਲ ਕਿ ਸਾਨੂੰ ਜ਼ਰੂਰਤ ਵਾ, ਤਾਂ ਕਿ ਤਾਰ ਜਿੰਨੀ ਬਣੇ। ਹੁਣ ਤਾਰ ਜਿੰਨੀ ਮੋਰੀ ਬਣਨੀ ਇੱਦਾਂ ਹੀ ਬਣਨੀ ਆ, ਉੱਦਾਂ ਨਹੀਂ ਸੀ, ਉੱਦਾਂ ਤਾਂ ਵੱਡੀ ਹੋਣੀ ਸੀ। ਹੁਣ ਤਾਰ ਬਾਹਰ ਕੱਢ ਦੇਣੀ ਆ ਦੂਸਰੇ, ਕਿਉਂਕਿ ਤਾਰਾਂ ਦਾ ਅੰਦਰ ਬਹੁਤਾ ਜੰਜਾਲ ਜਿਹਾ ਨਹੀਂ ਨਾ ਕਰਨਾ। ਜੇ ਅੰਦਰ ਜੰਜਾਲ ਕੀਤਾ ਤਾਂ ਫਿਰ ਫਾਇਦਾ ਕੀ ਆ ਬਣਾਉਣ ਦਾ। ਅਤੇ ਤਾਰਾਂ ਜਿਹੜੀਆਂ ਬਾਹਰ ਨੂੰ ਕੱਢ ਦੇਣੀਆਂ ਪੱਖੇ ਤੋਂ ਆਪਾਂ ਜੋੜ ਕੇ। ਇਹ 12 ਵੋਲਟ ਦੀ ਵਾਇਰਿੰਗ ਆ, ਠੀਕ ਹੈ ਨਾ। 220 ਦੀ ਜਿਹੜੀ ਨਾ ਉਹ ਲੈਦਾ ਆਉਣੀ ਆ, ਉਹ ਸਪਲਾਈ 'ਤੇ ਪਹਿਲੇ ਤਾਂ ਸਪਲਾਈ ਦੇ ਨਾਲ ਆਉਣੀ ਆ। ਅਤੇ ਇਹ ਹੁਣ ਸਿਸਟਮ ਜਿਹੜਾ ਨਾ ਅੰਦਰੋਂ ਹੋ ਗਿਆ ਮੁਕੰਮਲ। ਹੁਣ ਰਹਿ ਗਿਆ ਬਾਹਰ ਦਾ ਕਨੈਕਸ਼ਨ। ਬਾਹਰ ਦਾ ਜਿਹੜਾ ਕਨੈਕਸ਼ਨ ਆ ਉਹ ਲੱਗਣਾ ਹੈਗਾ ਵਾ ਆਪਣਾ ਕੰਟਰੋਲਰ ਦੇ ਨਾਲ। ਇਹਦੀਆਂ 2 ਤਾਰਾਂ ਕੰਟਰੋਲਰ ਨਾਲ ਲੱਗਣੀਆਂ। ਅਤੇ ਇਹਨੂੰ ਜਿਹੜਾ ਕੰਟਰੋਲਰ ਆ, ਇਹ ਵੀ ਜਿਹੜਾ ਕੰਟਰੋਲਰ ਆ ਇਹ ਵੀ ਜਿਹੜਾ ਹੈਗਾ ਵਾ 12 ਵੋਲਟ 'ਤੇ ਚੱਲਣ ਵਾਲਾ ਵਾ। ਯਾਨੀ ਕਿ ਅਡਾਪਟਰ ਤੋਂ ਜਿਹੜੀ ਤਾਰ ਆਉਣੀ ਆ ਉਹ ਵੀ ਇਹਨੂੰ ਲੱਗਣੀ ਆ। ਉਹ 2 ਤਾਰਾਂ ਇਹਨੂੰ ਲੱਗਣੀਆਂ ਵਾ ਅਡਾਪਟਰ ਤੋਂ ਆਉਣ ਵਾਲੀਆਂ, ਠੀਕ ਹੈ ਨਾ। ਇੱਕ ਇਹਨੂੰ 220 ਦੀ ਲੱਗਣੀ ਆ, ਅਤੇ ਇੱਕ ਹੋਲਡਰ ਨੂੰ ਲੱਗਣੀ ਤਾਰ ਜਿਹੜੀ ਨਾ, ਜਿਹੜੀ 220 ਦੀ, ਇੱਕ ਡਾਇਰੈਕਟਰ ਹੋਲਡਰ ਨੂੰ ਲੱਗਣੀ ਆ, ਇੱਕ ਇਹਦੇ ਅਡਾਪਟਰ ਦੇ ਵਿੱਚੋਂ ਦੀ ਹੋ ਕੇ। ਆਹ ਜਿਹੜਾ ਹੁਣ ਕਨੈਕਸ਼ਨ ਆ ਇਹ 12 ਵੋਲਟ ਦਾ ਦੇ ਰਿਹਾ ਉਹਨੂੰ। 12 ਵੋਲਟ ਦਾ ਕੱਟ ਕੇ, ਠੀਕ ਹੈ ਨਾ, ਤਾਰ ਨੂੰ ਬਣਾ ਕੇ ਇਹਦੇ ਵਿੱਚ ਦੇਣਾ। ਇੱਕ ਹੁੰਦਾ ਵਾ K1 K2 ਦੇ ਵਿੱਚ, ਠੀਕ ਹੈ ਨਾ। ਇਹ ਦੇਖ ਲੈਣਾ K1 ਦੇ ਵਿੱਚ ਜਿਹੜੀ ਤਾਰ ਲਾਉਣੀ ਉਹ ਲਾਉਣੀ, ਉਹਨੂੰ ਸਹੀ ਤਰ੍ਹਾਂ ਅਟੈਚ ਕਰ ਲੈਣਾ। ਮੁੜ ਕੇ ਦੂਸਰੀ ਤਾਰ ਜਿਹੜੀ ਆ ਨਾ ਦੂਸਰੇ 'ਚ ਲਾ ਦੇਣੀ ਆ, ਠੀਕ ਹੈ ਨਾ। ਉਹ K2 'ਚ, ਜਾਣੀ ਕਿ ਜਿਹੜੇ ਹੁੰਦੇ ਆ ਕਰੰਟ ਵਾਲੀ ਜਿਹੜੀ ਨਾ ਫੇਸ ਜਿਹੜਾ 12 ਵੋਲਟ ਦਾ ਫੇਸ,
ਉਹ ਚਲਾ ਦੇਣਾ ਵਾ। ਪਹਿਲੇ 'ਚ ਚਲਾ ਦੇਣਾ ਵਾ ਨਿਊਟਰਲ, ਦੂਸਰੇ ਚਲਾ ਦੇਣਾ ਇਹ ਵਾਲਾ, ਠੀਕ ਹੈ ਨਾ। ਇਹਨੂੰ ਫਿਰ ਟਾਈਟ ਕਰ ਦੇਣਾ ਤਾਂ ਕਿ ਮਜ਼ਬੂਤੀ ਨਾਲ ਟਾਈਟ ਹੋ ਜਾਏ। ਕਿਹੜਾ ਰੋਜ਼ ਰੋਜ਼ ਇਹਨੂੰ ਮਤਲਬ ਕਿ ਕਰਨਾ ਹੁੰਦਾ, ਸਹੀ ਤਰੀਕੇ ਨਾਲ ਜਿਹੜਾ ਬਣਾਉਣਾ ਕੋਈ ਹੈਚਰੀ ਮੁਸ਼ਕਿਲ ਨਹੀਂ ਹੈਗੀ। ਅਤੇ ਜੇ ਲੈਣ ਚੱਲ ਜਾਓ ਤੁਹਾਨੂੰ ਪਤਾ ਹੀ ਹੈ ਬਹੁਤ ਮਹਿੰਗੀਆਂ ਲੋਕ ਦਿੰਦੇ ਆ, 4-4 5-5 ਹਜ਼ਾਰ ਤੋਂ ਥੱਲੇ ਦਿੰਦੇ, ਇੱਧਰ 950 ਰੁਪਏ 'ਚ ਬਣ ਜਾਂਦੀ ਹੈ ਇਹ ਵਾਲੀ ਹੈਚਰੀ। ਅਸੀਂ ਆਪਣਾ ਇਹਦਾ ਟੈਂਪਰੇਚਰ ਜਿਹੜਾ ਨਾ ਉਹਨੂੰ ਕਰਨਾ ਆ 37.5 ਤੇ ਓਕੇ ਹੋ ਗਿਆ, ਠੀਕ ਹੈ। ਅਸੀਂ ਮੈਨੂ ਦਾ ਬਟਨ ਦਬਾ ਕੇ ਰੱਖਣਾ। ਅੱਗੇ ਆ ਗਿਆ P0 ਤੋਂ ਐਂਟਰ ਕਰਨਾ। ਇਹ ਕੂਲ ਹੈ, ਇਹਨੂੰ ਅਸੀਂ ਹੀਟ ਕਰ ਦੇਣਾ। ਹੀਟ ਹੋ ਗਿਆ, ਇਹਨੂੰ ਸੇਵ ਕਰ ਦਿਓ। P1 ਤੇ ਚਲੇ ਜਾਣਾ, ਠੀਕ ਹੈ। P1 ਮਤਲਬ ਕਿ ਕਿੰਨੀ ਦੇਰ ਬਾਅਦ ਕਿੰਨੇ ਪੁਆਇੰਟ ਤੇ ਆ ਕੇ ਦੁਬਾਰਾ ਚੱਲਣਾ, ਠੀਕ ਹੈ। ਇਹ 2 ਠੀਕ ਹੈ। ਔਰ ਅੱਗੇ ਆ ਗਿਆ P3 P2 ਆ ਗਿਆ 110 ਆ, ਇਹ ਠੀਕ ਹੈ। 110 P3 ਆ ਜਾਣਾ। -50 ਇਹਨੂੰ ਅਸੀਂ 0 ਕਰ ਦੇਣਾ, ਇਹ 0 ਤੇ ਕਰ ਦੇਣਾ। ਠੀਕ ਹੈ, ਸੇਫ ਹੋ ਗਿਆ। P4 ਤੇ ਇਹ 0 ਇਹਨੂੰ ਵੀ 0 ਹੀ ਰਹਿਣ ਦੇਣਾ। P5 0, ਠੀਕ ਹੈ। P6 ਜਿਹੜਾ ਇਹਨੂੰ ਆਫ, ਇਹ ਆਫ ਹੀ ਆ, ਠੀਕ ਹੈ। ਇਹ ਆਫ ਹੋਣਾ ਚਾਹੀਦਾ। ਸਾਡਾ ਹੋ ਗਿਆ, ਸਾਰੇ ਓਕੇ ਹੋ ਗਏ। ਇਹਨਾਂ ਆਟੋਮੈਟਿਕ ਸੇਫ ਹੋ ਜਾਣਾ ਸੈਟਿੰਗ। ਹੁਣ ਸਾਡਾ ਜਦੋਂ 35 ਉਹ ਸੈੱਟ ਕੀਤਾ ਨਹੀਂ, ਉਹ ਜਿਹੜਾ 2 ਤੇ ਹੈ ਨਾ 2.0, ਦੂਸਰਾ P1 ਦਾ ਆਪਸ਼ਨ ਜਿਹੜਾ 2.0 ਆ, ਉਹ ਹੈਗਾ ਆ ਸਾਡਾ ਕਿੱਥੇ ਜਾ ਕੇ ਇਹਨੇ ਦੁਬਾਰਾ ਸਟਾਰਟ ਹੋਣਾ। 2 ਪੁਆਇੰਟ ਥੱਲੇ ਜਾਣਾ, 2 ਪੁਆਇੰਟ ਥੱਲੇ ਜਾਣਾ। 37.5 ਤੇ ਹੈ ਨਾ, ਤੇ 35.5 ਤੇ ਚੱਲੇਗਾ ਇਨਸ਼ਾਅੱਲਾ। ਖੋਲ ਦੇਣਾ, ਨਹੀਂ ਖੋਲਣ, ਉੱਪਰੋਂ ਖੋਲ ਦੇਣਾ, ਜਲਦੀ ਹੋ ਜਾ। ਠੀਕ 35.5 ਤੇ ਚੱਲ ਗਿਆ। ਅਸੀਂ ਉਹ P1 ਤੇ ਜਿਹੜਾ ਨਾ ਸੈਟਿੰਗ ਰੱਖਣੀ ਕਿ ਕਿੰਨਾ ਕਿ ਇਹਦੇ 'ਚ ਗੈਪ ਰੱਖਣਾ ਚੱਲਣ ਦਾ। 2 ਪੁਆਇੰਟ ਆਪਣਾ ਆ ਤੇ ਇਹਦੀ ਸੈਟਿੰਗ ਹੋ ਕੰਪਲੀਟ।